ਮੈਗਾ ਪੀਟੀਐਮ ਨੇ ਪੰਜਾਬ ਵਿੱਚ ਸਿੱਖਿਆ ਪ੍ਰਣਾਲੀ ਦੀ ਨੁਹਾਰ ਬਦਲੀ। ਵਿਦਿਆਰਥੀਆਂ ਤੇ ਮਾਪਿਆਂ ਨੇ ਮੁੱਖ ਮੰਤਰੀ ਨੂੰ ਦਿੱਤੀ ਜਾਣਕਾਰੀ। ਮੈਗਾ ਪੀਟੀਐਮ ਦੌਰਾਨ ਸੂਬੇ ਵਿੱਚ ਸਿੱਖਿਆ ਕ੍ਰਾਂਤੀ ਬਾਰੇ ਆਪਣੇ ਤਜਰਬੇ ਸਾਂਝੇ ਕੀਤੇ। ਵੱਖ-ਵੱਖ ਖੇਤਰਾਂ ਨਾਲ ਸੰਬੰਧਿਤ ਮਾਪਿਆਂ ਅਤੇ ਅਧਿਆਪਕਾਂ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਦੇ ਜੀਵਨ ਨੂੰ ਨਵੀਂ ਸੇਧ ਦੇਣ ਵਾਲੇ ਮਹੱਤਵਪੂਰਨ ਉਪਰਾਲਿਆਂ ਦੀ ਸ਼ਲਾਘਾ ਕੀਤੀ। ਮੈਗਾ ਪੀਟੀਐਮ ਵਿੱਚ ਸ਼ਿਰਕਤ ਕਰਨ ਆਏ ਮੁੱਖ ਮੰਤਰੀ ਨਾਲ ਗੱਲਬਾਤ ਦੌਰਾਨ ਮਾਪਿਆਂ ਅਤੇ ਵਿਦਿਆਰਥੀਆਂ ਨੇ ਕਿਹਾ ਕਿ ਸੂਬੇ ਵਿੱਚ ਸਿੱਖਿਆ ਕ੍ਰਾਂਤੀ ਨੇ ਸਮਾਜਿਕ ਆਰਥਿਕ ਪਾੜੇ ਨੂੰ ਪੂਰ ਕੇ ਉਨ੍ਹਾਂ ਦੀ ਜ਼ਿੰਦਗੀ ਦੀ ਨੁਹਾਰ ਬਦਲ ਦਿੱਤੀ ਹੈ। ਇੱਕ ਕਿਸਾਨ ਦੀ ਬੇਟੀ ਅਤੇ ਕਾਰਡੀਓਲਾਜਿਸਟ ਬਣਨ ਦੀ ਇੱਛੁਕ ਮਹਿਕ ਸ਼ਰਮਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਸਕੂਲ ਵੱਲੋਂ ਦਿੱਤੀ ਜਾਂਦੀ ਮੁਫਤ ਕੋਚਿੰਗ ਲਈ ਧੰਨਵਾਦ ਕੀਤਾ। ਮਹਿਕ ਨੇ ਕਿਹਾ ਕਿ ਸਿੱਖਿਆ ਵਿਭਾਗ ਦੀ ਨਿਵੇਕਲੀ ਪਹਿਲਕਦਮੀ ਸਕੂਲ ਆਫ ਐਮੀਨੈਂਸ ਵਰਦਾਨ ਸਾਬਤ ਹੋਇਆ ਹੈ। ਉਸਨੇ ਆਪਣੇ ਟੀਚਿਆਂ ਨੂੰ ਸਰ ਕਰਨ ਵਿੱਚ ਉਸ ਦੀ ਸਹਾਇਤਾ ਕਰਨ ਲਈ ਆਪਣੇ ਅਧਿਆਪਕਾਂ ਦੀ ਪ੍ਰਸ਼ੰਸਾ ਵੀ ਕੀਤੀ। ਸਕੂਲ ਮੈਨੇਜਮੈਂਟ ਕਮੇਟੀ ਦੀ ਚੇਅਰਪਰਸਨ ਅਤੇ ਕਾਨਵੈਂਟ ਸਕੂਲ ਦੇ ਸਾਬਕਾ ਵਿਦਿਆਰਥੀ ਦੀ ਮਾਂ ਆਸ਼ਾ ਰਾਣੀ ਨੇ ਸਕੂਲ ਆਫ ਐਮੀਨੈਂਸ ਬਾਰੇ ਕਿਹਾ ਕਿ ਹਰ ਵਿਦਿਆਰਥੀ ਨੂੰ ਪਾਠ ਪੁਸਤਕਾਂ ਅਤੇ ਸਹੂਲਤਾਂ ਮੁਫਤ ਦਿੱਤੀਆਂ ਜਾਂਦੀਆਂ ਹਨ। ਉਸਨੇ ਕਿਹਾ ਕਿ ਅਧਿਆਪਕਾਂ ਵੱਲੋਂ ਪਾਠਕ੍ਰਮ ਦਾ ਗਿਆਨ ਦੇਣ ਦੇ ਨਾਲ ਨੈਤਿਕ ਕਦਰ ਕੀਮਤਾਂ ਦੀ ਅਹਿਮੀਅਤ ਬਾਰੇ ਵੀ ਵਿਦਿਆਰਥੀਆਂ ਨੂੰ ਸਮਝਾਇਆ ਜਾਂਦਾ ਹੈ। ਉਨ੍ਹਾਂ ਆਪਣੀ ਧੀ ਨੂੰ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਉਣ ਦੇ ਆਪਣੇ ਫੈਸਲੇ ਨੂੰ ਵਾਜਿਬ ਤੇ ਦਰੁਸਤ ਦੱਸਿਆ। ਵਿਦਿਆਰਥੀ ਗੁਰਪ੍ਰੀਤ ਦੇ ਪਿਤਾ ਘਨਸ਼ਿਆਮ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਦਾ ਡਾਕਟਰ ਬਣਨ ਦਾ ਸੁਪਨਾ ਸਕੂਲ ਆਫ ਐਮੀਨੈਂਸ ਦੀ ਬਦੌਲਤ ਸਾਕਾਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਸਮਾਜ ਦੇ ਕਮਜ਼ੋਰ ਅਤੇ ਪਛੜੇ ਵਰਗਾਂ ਦੇ ਵਿਦਿਆਰਥੀਆਂ ਦੀ ਬਾਂਹ ਫੜੀ ਹੈ। ਦਰਸ਼ਨਾ ਰਾਣੀ, ਜੋ ਇੱਕ ਮਜ਼ਦੂਰ ਦੀ ਪਤਨੀ ਹੈ, ਨੇ ਕਿਫਾਇਤੀ ਕੋਚਿੰਗ ਲਈ ਧੰਨਵਾਦ ਕੀਤਾ, ਜਿਸ ਨੇ ਉਸ ਦੇ ਪੁੱਤਰ ਨੂੰ ਐਨਡੀਏ ਪ੍ਰੀਖਿਆ ਦੇਣ ਦਾ ਸੁਪਨਾ ਸਾਕਾਰ ਕਰਨ ਦੇ ਸਮਰੱਥ ਬਣਾਇਆ ਹੈ। ਉਸਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੇ ਸੁਪਨੇ ਤਾਂ ਹੀ ਪੂਰੇ ਹੋਣ ਜਾ ਰਹੇ ਹਨ ਕਿਉਂਕਿ ਮੁੱਖ ਮੰਤਰੀ ਨੇ ਸੂਬੇ ਵਿੱਚ ਸਿੱਖਿਆ ਖੇਤਰ ਨੂੰ ਸੁਰਜੀਤ ਕੀਤਾ ਹੈ। ਗੰਗੂਵਾਲ ਦੀ ਪ੍ਰਾਚੀ, ਜੋ ਕਿ ਕਾਨਵੈਂਟ ਸਕੂਲ ਦੀ ਸਾਬਕਾ ਵਿਦਿਆਰਥਣ ਹੈ, ਨੇ ਸਕੂਲ ਆਫ ਐਮੀਨੈਂਸ ਵਿੱਚ ਉਸ ਨੂੰ ਦਾਖਲ ਕਰਵਾਉਣ ਦੇ ਆਪਣੇ ਮਾਪਿਆਂ ਦੇ ਫੈਸਲੇ ਦੀ ਸ਼ਲਾਘਾ ਕੀਤੀ। ਪ੍ਰਾਚੀ ਨੇ ਕਿਹਾ ਕਿ ਸਕੂਲ ਵਿੱਚ ਪਾਠਕ੍ਰਮ ਅਤੇ ਢੁਕਵਾਂ ਵਾਤਾਵਰਣ ਬਹੁਤ ਜ਼ਰੂਰੀ ਹੈ, ਜੋ ਵਿਦਿਆਰਥੀ ਦੇ ਸਰਵਪੱਖੀ ਵਿਕਾਸ ਲਈ ਵਰਦਾਨ ਸਾਬਤ ਹੋ ਸਕਦਾ ਹੈ। ਅਮਨਪ੍ਰੀਤ ਕੌਰ, ਜਿਸ ਦੇ ਪਿਤਾ ਦਿਲ ਦੇ ਮਰੀਜ਼ ਹਨ, ਨੇ ਕਿਹਾ ਕਿ ਉਹ ਹੁਣ ਐਨਡੀਏ ਦੀ ਪ੍ਰੀਖਿਆ ਪਾਸ ਕਰਨ ਲਈ ਪੂਰੀ ਦ੍ਰਿੜ੍ਹ ਤੇ ਆਸਵੰਦ ਹੈ। ਉਸਨੇ ਕਿਹਾ ਕਿ ਸਕੂਲ ਉਸ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਦਾ ਹੈ, ਜੋ ਉਸ ਨੂੰ ਆਪਣੇ ਕਾਨਵੈਂਟ ਤੋਂ ਪੜ੍ਹੇ ਸਾਥੀਆਂ ਨਾਲ ਮੁਕਾਬਲਾ ਕਰਨ ਦੇ ਯੋਗ ਬਣਾਉਂਦਾ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਪੀਟੀਐਮ ਦੀ ਇਤਿਹਾਸਕ ਪਹਿਲਕਦਮੀ ਮਾਪਿਆਂ ਲਈ ਇੱਕ ਵੱਡਾ ਹੁਲਾਰਾ ਹੈ, ਕਿਉਂਕਿ ਉਹ ਬੜਾ ਸਹਿਜ ਹੀ ਸਕੂਲ ਦੇ ਮਾਹੌਲ ਦਾ ਨਿਰਣਾ ਕਰ ਸਕਦੇ ਹਨ ਅਤੇ ਆਪਣੇ ਬੱਚੇ ਦੀ ਕਾਰਗੁਜ਼ਾਰੀ ਦੀ ਨਿਯਮਤ ਨਜ਼ਰਸਾਨੀ ਕਰ ਸਕਦੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਧਿਆਪਕ ਵਿਦਿਆਰਥੀਆਂ ਦੇ ਪਰਿਵਾਰਕ ਪਿਛੋਕੜ ਦੇ ਨਾਲ-ਨਾਲ ਉਨ੍ਹਾਂ ਦੀਆਂ ਆਦਤਾਂ ਅਤੇ ਪਸੰਦਾਂ ਦਾ ਵੀ ਅਨੁਮਾਨ ਲਗਾ ਸਕਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਸਿੱਖਿਆ ਦੇ ਖੇਤਰ ਨੂੰ ਸਭ ਤੋਂ ਵੱਧ ਤਰਜੀਹ ਦੇ ਰਹੀ ਹੈ, ਕਿਉਂਕਿ ਵਿਦਿਆਰਥੀਆਂ ਦੀ ਭਲਾਈ ਤੋਂ ਵੱਧ ਹੋਰ ਕੁਝ ਵੀ ਮਹੱਤਵਪੂਰਨ ਨਹੀਂ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਮਾਪਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਿੱਤੀ ਜਾਂਦੀ ਸਿੱਖਿਆ ਵਿੱਚ ਵਿਸ਼ਵਾਸ ਨਹੀਂ ਸੀ, ਪਰ ਹੁਣ ਇਹ ਸਕੂਲ ਆਧੁਨਿਕ ਵਿੱਦਿਆ ਦੇ ਮੰਦਿਰਾਂ ਵਿੱਚ ਤਬਦੀਲ ਹੋ ਗਏ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਕਾਰਨ ਵੱਡੀ ਗਿਣਤੀ ਵਿੱਚ ਵਿਦਿਆਰਥੀ ਕਾਨਵੈਂਟ ਸਕੂਲਾਂ ਤੋਂ ਦਾਖਲਾ ਪ੍ਰੀਖਿਆ ਦੇਣ ਤੋਂ ਬਾਅਦ ਸਕੂਲ ਆਫ ਐਮੀਨੈਂਸ ਵਿੱਚ ਸ਼ਾਮਲ ਹੋਣ ਲਈ ਆ ਰਹੇ ਹਨ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ, ਸਕੱਤਰ ਸਿੱਖਿਆ ਕੇ ਯਾਦਵ ਤੇ ਹੋਰਨਾਂ ਵੱਲੋਂ ਮੁੱਖ ਮੰਤਰੀ ਦਾ ਸਵਾਗਤ ਕੀਤਾ ਗਿਆ।
अच्छा ਅਸੀਂ ਲੱਭਿਆ ਉਹ ਪਹਿਲਾਂ ਤਾਂ ਕੋਈ ਗਿਆ ਹੀ ਨਹੀਂ। ਸੋ ਉੱਥੇ ਕੰਮ ਚੱਲ ਰਿਹਾ ਟੂਰਿਜ਼ਮ ਡਿਪਾਰਟਮੈਂਟ ਦਾ ਵੀ। ਆਉਣ ਵਾਲੇ ਦਿਨਾਂ 'ਚ ਅਸੀਂ ਦੇਖੋ, ਤੁਸੀਂ ਹੁਸ਼ਿਆਰਪੁਰ ਜਾਇਓ, ਚੌਹਾਲ ਪਹਿਲਾਂ ਕੀ ਸੀ ਹੁਣ ਕੀ ਬਣ ਗਿਆ। ਪਹਿਲਾਂ ਇੱਕ 2 ਕਮਰਿਆਂ ਦਾ ਖੰਡਰ ਸੀ ਫੋਰੈਸਟ ਆਫਿਸ ਦਾ, ਅੱਜ ਉੱਥੇ ਬੁਕਿੰਗ ਹੀ ਨਹੀਂ ਮਿਲਦੀ, 2-2 ਮਹੀਨਿਆਂ ਦੀ ਵੇਟਿੰਗ ਹੈ। ਇਸੇ ਤਰ੍ਹਾਂ ਜਿੰਨੇ ਵੀ ਰੈਸਟ ਹਾਊਸ, ਪਾਣੀ, ਹਾਂ ਤਾਂ ਟੈਂਟ ਸਿਟੀ ਇੱਥੇ ਵੀ ਪ੍ਰਪੋਜ਼ਡ ਹੈ। ਤਾਂ ਕਿੰਨਾ ਕੁ ਸਤਲੁਜ ਸਦਨ ਹੈ ਨਾ, ਕਿੰਨਾ ਸ਼ਾਨਦਾਰ ਚੀਜ਼ਾਂ ਲੱਗ ਕਲੀਨਿਕ ਬਣਾ ਰਹੇ ਆ, ਹਸਪੀਟਲ ਠੀਕ ਕਰ ਰਹੇ। ਸਾਨੂੰ ਡਾਕਟਰ ਵੀ ਚਾਹੀਦੇ ਆ, ਸਾਨੂੰ ਨਰਸਾਂ ਵੀ ਚਾਹੀਦੀਆਂ, ਸਾਨੂੰ ਫਾਰਮਾਸਿਸਟ ਵੀ ਚਾਹੀਦੇ ਆ, ਸਫਾਈ ਕਰਮਚਾਰੀ ਵੀ ਚਾਹੀਦੇ ਆ, ਠੀਕ ਹੈ ਨਾ। ਸੋ ਪਹਿਲਾਂ ਉਹਨਾਂ ਨੇ ਜਦੋਂ ਧਿਆਨ ਨਹੀਂ ਦਿੱਤਾ ਤਾਂ ਸਵਾਲ ਹੀ ਨਹੀਂ ਪੈਦਾ ਹੋਇਆ। ਸਵਾਲ ਤਾਂ ਪੈਦਾ ਹੋਇਆ ਜੇ ਅਸੀਂ ਧਿਆਨ ਦੇਣ ਲੱਗ ਗਏ। ਚਲੋ ਸਵਾਲ ਤਾਂ ਪੈਦਾ ਹੋਣ ਲੱਗੇ ਨਾ, ਕੁਝ ਤਾਂ ਹੋਇਆ ਕਿ ਸਕੂਲਾਂ ਦੇ ਪਹਿਲਾਂ ਸਕੂਲਾਂ 'ਚ ਟੀਚਰ ਜਿਹੜੇ ਸੀ, ਸਕੂਲ 'ਚ ਟੀਚਰ ਘੱਟ ਹੁੰਦੇ ਸੀ, ਸਕੂਲ ਦੇ ਬਾਹਰ ਟੈਂਕੀ ਤੇ ਜ਼ਿਆਦਾ ਹੁੰਦੇ ਸੀ। ਵੀ ਸਾਨੂੰ ਸਕੂਲ 'ਚ ਅੰਦਰ, ਮੈਂ ਕਿਹਾ ਉਹ ਟੈਂਕੀ ਤੋਂ ਲਾ ਕੇ ਸਕੂਲ 'ਚ ਵਾੜ ਲਓ ਨਾ ਜੀ, ਇਹ ਤਾਂ ਫਲਾਨੇ 'ਚ ਨੇ ਜੀ, ਹਾਈ ਕੋਰਟ ਦੀ ਸਟੇ ਹੈ ਜੀ ਫਲਾਨਾ। ਅਸੀਂ ਜਦੋਂ ਵੀ ਕੋਈ ਕੇਸ ਲੜਦੇ ਹਾਂ, ਹੁਣ ਸਰਕਾਰ ਵੱਲੋਂ ਵੱਡੇ ਵਕੀਲ ਭੇਜ ਕੇ ਲੜਦੇ ਹਾਂ। 1300 ਤੋਂ ਵੱਧ ਜਿਹੜੇ ਫੈਕਲਟੀ 1158 ਜਿਹੜੇ ਕੋਰਟ ਚੋਂ ਕਲੀਅਰ ਕਰਾਏ। ਸਿੰਗਲ ਬੈਂਚ ਨੇ ਸਟੇ ਲਾਤੀ, ਤੁਸੀਂ ਇਹਨਾਂ ਨੌਕਰੀ ਨਹੀਂ ਦੇ ਸਕਦੇ। ਅਸੀਂ ਡਬਲ ਬੈਂਚ 'ਚ ਕਹੇ ਕਿ ਨੌਕਰੀ ਅਸੀਂ ਦੇਣੀ ਹੈ, ਸੁਪਰੀਮ ਕੋਰਟ 'ਚ ਅਸੀਂ ਫਿਰ ਗਏ ਕਿ ਨੌਕਰੀ ਅਸੀਂ ਦੇਣੀ ਹੈ, ਤਨਖਾਹ ਅਸੀਂ ਦੇਣੀ, ਤੁਹਾਨੂੰ ਕੀ ਪ੍ਰੋਬਲਮ ਹੈ। ਤਾਂ ਉਹਨਾਂ ਨੂੰ ਉਹਨਾਂ ਦਾ ਸਟੇ ਟੁੱਟਿਆ, ਡਬਲ ਬੈਂਚ ਨੇ ਹੱਕ 'ਚ ਫੈਸਲਾ ਕੀਤਾ, ਨਾਲ ਦੀ ਨਾਲ ਉਹਨਾਂ ਨੂੰ ਕਿਹਾ ਚਲੋ ਕਾਲਜਾਂ ਚਲੋ ਪੜਾਓ ਜਾ ਕੇ। ਸੋ ਸਾਨੂੰ ਇਸ ਵਾਰ ਬੂਮ ਆ ਗਿਆ ਐਡਮਿਸ਼ਨਾਂ ਦਾ। ਕੋਈ ਕਾਲਜ ਦੇਖ ਲਓ, ਕਿਉਂਕਿ ਉੱਥੇ ਬਹੁਤ ਵਿਦੇਸ਼ਾਂ 'ਚ ਬੁਰਾ ਹਾਲ ਹੋ ਗਿਆ। ਉੱਥੇ ਤੁਸੀਂ ਹਰ ਰੋਜ਼ ਤੁਹਾਡੇ ਕੈਮਰਾ ਰਾਹੀਂ ਖਬਰਾਂ ਦੇਖਦੇ ਆ ਕਿ ਸਟੂਡੈਂਟਾਂ ਦਾ ਉੱਥੇ ਕਿਤੇ ਕਾਲਜ ਹੀ ਜਾਲੀ ਨਿਕਲਿਆ, ਕਿਤੇ ਜਾ ਕੇ ਉੱਥੇ ਕੰਮ ਨਹੀਂ ਮਿਲਦਾ। ਸ਼ੋਰਾਂ ਦੇ 100 ਮੀਟਰ ਤੇ ਸਕੂਲ ਹੈ, ਜ਼ੋਰਾਂ ਸ਼ੋਰਾਂ ਤੇ ਕੰਮ ਚੱਲ ਰਿਹਾ ਹੈ। ਸਰ ਹੁਣ ਆਪਾਂ ਜੋ ਇਸ ਵਕਤ ਸਕੂਲ ਚ ਆਏ ਸੀ ਸਰ, ਇਹ 29 ਸਤੰਬਰ 2022 ਦੀ ਫੋਟੋ ਹੈ ਸਰ। ਇਹ ਜਿੱਥੇ ਦੇਖ ਸਕਦੇ ਹੋ ਟੀਚਰ ਨਹੀਂ ਸੀ ਸਰ, ਮੈਮ ਪ੍ਰਿੰਸੀਪਲ ਸਰ ਹਜੇ ਲਿਖੇ ਨੇ, ਪ੍ਰਿੰਸੀਪਲ ਸਾਹਿਬ ਸਾਹਮਣੇ ਖੜੇ ਨੇ। ਇਹ ਸਰ ਆਪ ਜੀ ਰਹਿਣ ਭਾਈ ਦੇ ਸਰ 3 ਕਰੋੜ 17 ਲੱਖ ਦਾ ਸਰ ਆਪਾਂ ਜਿਹੜਾ ਕੰਮ ਹੋਇਆ, ਜਿੱਥੇ 1.5 ਕਰੋੜ ਹੋ ਗਿਆ ਸਰ। ਇਹਦੀ ਬਿਲਡਿੰਗ ਕਿਆ ਹੋਗੀ ਸਾਹਮਣੇ ਸਰ ਨਵਾਂ ਬਾਲ ਆਫ ਬਣਨਾ ਹੈ। ਤੇ ਇਸ ਤੋਂ ਇਲਾਵਾ ਸਰ ਇੱਥੇ ਆਪਾਂ 4 ਕਰੋੜ ਦਾ ਆਲ ਵੈਦਰ ਸਵੀਮਿੰਗ ਪੂਲ ਵੀ ਕੰਮ ਹੋਇਆ ਸਰ, ਉਹਦੇ ਵੀ ਪੈਸੇ ਜਿਹੜੇ ਜਰੀ ਥੋੜਾ ਸਰ इधर सीधे मैम एक बस शॉट ले लूँ एक है जी। मैम करने किसी बच्चे एक मिनट आज मैंने देश के गृह मंत्री अमित शाह जी से बात की है और उनसे आग्रह किया है कि जो ये राइस मिलर्स की जो समस्या है या आड़तियों की जो समस्या है, इसको जल्दी से जल्दी इसका भी समाधान निकालें, क्योंकि सभी मांगे जो हैं वो केंद्र सरकार से रिलेटेड है। चाहे वो ट्रांसपोर्टेशन, अगर किसी शैलर में माल नहीं लगता तो कहीं पठानकोट होशियारपुर भेज दिया तो सारी ट्रांसपोर्ट पहले शैलर मालिक को देनी पड़ रही है। तो वो हो, चाहे वो ड्राइएज जो सूख जाता है, क्योंकि मिलिंग चलेगी नवंबर के एंड में, मई तक मिलिंग चलती है, तो तब तक वो सूख जाता है। 67 kg होता है जो अलाउड, वो 60, कई बार 63 भी रह जाता है। तो उनकी बात उनकी मानिए, ड्राइएज का जो कंपनसेशन है वो दीजिए, है ना। और पंजाब से रिलेटेड जो उन शेलर वालों का, आड़तियों का था, वो हमने लगभग सभी मांगे उनकी पूरी कर दी है। पंजाब से रिलेटेड कोई समस्या नहीं है। मैं दिल्ली लेके भी गया था उनको, कल भी उनकी मीटिंग है। मैंने गृह मंत्री जी से, अमित शाह जी से यही आग्रह किया, कल मिलने आ रहे हैं। पंजाब सेंट्रल पूल में सबसे ज़्यादा योगदान देता है, 180 लाख मीट्रिक टन इस बार धान आएगा, लेकिन 120 लाख मीट्रिक टन चावल जो है वो पिछले साल वाला पड़ा है। तो विश्वास टूटा हुआ है उनका राइस मिलर्स का कि पहले वाला नहीं उठाया जी, इस बार क्या क्या होगा। तो पीडीएस में देना है, चाहे आपने
एक्सपोर्ट करना है, जैसे भी करना है, हम FCI का माल है, सेंटर का माल है, तो उठाइए उसको। और जहाँ पे स्पेस बने और आगे वाली मिलिंग के लिए जो पहले सर्कल चलता था वो सर्कल चले। हम किसान के साथ हैं, हम आड़ती के साथ हैं, शैलर वाले सबके साथ हैं। जो धान का जो सीज़न है हमारे लिए सीज़न नहीं, फेस्टिवल है। इकॉनमी हमारी इस पर बहुत डिपेंड करती है, बहुत आर्थिक जो पंजाब की आर्थिकता है इस पे निर्भर है। तो मुझे उम्मीद है कि आदरणीय गृह मंत्री जी कल उनसे मीटिंग करके उनकी समस्याओं का समाधान करेंगे। और खरीद तो चल रही है, खरीद की कोई दिक्कत नहीं। CCL का पैसा भी हमारे पास आया हुआ है, DBT हो रहा है किसानों के खाते में, तुल भी रही है, तुलवाई भी। मेन प्रॉब्लम है कि शैलर वाले जो कहते हैं कि हमारी मांगे मानो, थोड़ा लिफ्टिंग की कई जिलों में है दिक्कत, वो 1-2 दिन में हल हो जाएगी। और हम पंजाब में क्योंकि गेहूं भी आ गया, हमें गेहूं में भी हमने बहुत बड़ा योगदान पंजाब और हरियाणा ही देते हैं। तो क्योंकि बिल्कुल इमीडिएटली आगे गेहूं की फसल आती है, अगर इसमें देरी होगी तो गेहूं में भी देरी होगी। इसीलिए हम केंद्र सरकार से आग्रह करते हैं कि इस समस्या का हल करें, उनकी मांगों का ध्यान दें और उनकी मांगों का कोई हल करें, ताकि पंजाब की मंडियां जो हैं वो खाली हों और मिलिंग के लिए शैलर वाले जो हैं वो आगे की मिलिंग के लिए तैयार हों और किसान खुशी खुशी अपनी फसल बेच के, फेस्टिवल सीजन चल रहा है, वो फेस्टिवल से पहले अपने घर जाएं। सर, पढ़ाई के बारे में कौन से विषय में वो कमज़ोर हैं, कौन से विषय में अच्छे हैं, वो अपने टीचर्स से बात करेंगे कौन से माहौल में बच्चे पढ़ते हैं। टीचर्स को भी पता चलेगा कि बच्चे जो हैं स्कूल के बाद कौन से माहौल में रहते हैं। तो आपस में पेरेंट्स का और टीचर्स का जो तालमेल है, ये पहले सरकारी स्कूलों में नहीं होता था, प्राइवेट में तो होता था। हमने शुरू किया तो इसका बहुत रिस्पॉन्स मिल रहा है कि एक रिक्शे वाला 1 घंटे के लिए अपनी तैयारी छोड़ के आ रहा है तो मैं बच्चे के बारे में पूछ के आता हूँ, बड़ी बात है। गरीबों के बच्चे IIT कर रहे हैं और पढ़ाई का शानदार आप सुझाव से देखो सरकारी स्कूल, और स्विमिंग पूल बनने वाला 1.5 करोड़ अभी इस पर खर्च हो रहा है, शानदार क्लासरूम है, बच्चों का कॉन्फिडेंस। लिफ्टिंग को लेकर तो सुप्रीम कोर्ट में गए जी, हमने लिख के भी दे दिया। विधानसभा में हमने ये प्रस्ताव भी पास कर लिया कि RDF का पैसा जो है वो सड़कों का पैसा और मंडियों का पैसा है जी, हम सड़कों और मंडियों पर ही इस्तेमाल करेंगे। इससे पहले कैप्टन साहब ने वो पैसा कहीं और इस्तेमाल कर लिया तो उन्होंने रोक दिया जी। हमने प्रस्ताव पास कर दिया विधानसभा में कि RDF का पैसा RDF के डिपार्टमेंट के लिए रूरल डेवलपमेंट फंड है, रूरल डेवलपमेंट पर ही लगेगा, ठीक है ना। तो उम्मीद है कि वो पैसा भी जारी कर दें। NHM की तो शायद वो कर रहे हैं, तो RDF का पैसा भी जारी कर दें। हमें सुप्रीम कोर्ट में जाने की क्या जरूरत है जी। केंद्र सरकार का फर्ज बनता है कि जो स्टेट का हक है वो हमको थोड़ी मांग रहे हैं, स्टेट का हक जो बनता है वो हमें मिलना है।